श्री अकाल जी सारिਆਂ ਨੂੰ ਫਤਿਹ ਐਡਵੋਮ ਤੇ ਤੁਹਾਡਾ ਸਵਾਗਤ ਆ। ਸੋ ਇਕਨੋਮੀ ਇਸ਼ੂਜ਼ ਦੇ ਪਾਰਟ 3 ਨੂੰ ਲੈ ਕੇ ਆਏ ਆ ਅੱਜ। ਸੋ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਸਾਡਾ ਸਭ ਤੋਂ ਪਹਿਲਾ ਟੌਪਿਕ ਹੈਗਾ ਆ ਉਹ ਹੈਗਾ ਲੌਂਗ ਟਰਮ ਕੈਪੀਟਲ ਗੇਨਸ ਦੇ ਉੱਤੇ। ਠੀਕ ਹੈ, ਲੌਂਗ ਟਰਮ ਕੈਪੀਟਲ ਗੇਨਸ। ਸੋ ਇਹ ਕਿਉਂ ਨਿਊਜ਼ ਦੇ ਵਿੱਚ ਸੀਗਾ, LTC ਜਿਹਨੂੰ ਆਪਾਂ ਸ਼ਾਰਟ ਫਾਰਮ ਦੇ ਵਿੱਚ ਬੋਲਾਂਗੇ। ਠੀਕ ਹੈ, सो ये इसलिए न्यूज़ ਦੇ ਵਿੱਚ ਸੀਗਾ क्योंकि रीसेंटली गवर्नमेंट ने फाइनेंस बिल लिया ਸੀਗਾ 2024 ਜਿਹਦੇ ਤਹਿਤ ਇਹਨਾਂ ਨੇ लॉन्ग टर्म कैपिटल गेन्स ਦੇ ਵਿੱਚ ਕੁਝ ਚੇਂजेस ਲਿਆਂਦੀਆਂ ਸੀਗੀਆਂ। ਕਾਦੇ ਵਾਸਤੇ? ਜਿਹੜਾ ਇਨਮੂਵੇਬਲ ਪ੍ਰੋਪਰਟੀਜ਼ ਦੇ ਉੱਤੇ ਲੱਗਦਾ ਆ। ਠੀਕ ਹੈ, ਹੁਣ ਦੇਖੋ ਸਭ ਤੋਂ ਪਹਿਲਾਂ ਆਪਾਂ ਸਮਝਾਂਗੇ ਚੇਂजेस ਤੇ ਆਪਾਂ ਬਾਅਦ ਵਿੱਚ ਕਰਾਂਗੇ, ਉਹ ਵੀ ਇੰਪੋਰਟੈਂਟ ਆ ਨੋ ਡਾਊਟ। ਬਟ ਸਭ ਤੋਂ ਪਹਿਲਾਂ ਆਪਾਂ ਇਹ ਸਮਝਾਂਗੇ ਕਿ ਲੌਂਗ ਟਰਮ ਕੈਪੀਟਲ ਗੇਨਸ ਹੁੰਦਾ ਕੀ ਆ। सो जिवें कि मैं तुहानूं बहुत बारी समझाया आ, कैपिटल का मतलब हुंदा आ वो चीज़ जितों सानूं इनकम मिले, विच जनरेट्स सम इनकम। सो इस केस दे विच इनकम का सोर्स की हैगा आ प्रॉपर्टीज़। हुण सानूं भी पता है कि कोई भी प्रॉपर्टी मान लो तुसीं 2015 दे विच कोई प्रॉपर्टी खरीदी सीगी, अज 2024 आ गया। सो 2024 दे विच नो डाउट उहदा रेट वधेगा ही वधेगा। मान लो तुसीं 1.5 लाख की प्रॉपर्टी खरीदी सीगी, 2024 ਦੇ ਵਿੱਚ ਉਹਦੀ ਵੱਧ ਕੇ ਵੈਲਿਊ ਜਿਹੜੀ ਹੈ 4-5 ਲੱਖ ਹੋ ਗਈ ਹੈ ਨਾ। ਹੁਣ ਉਹਦੇ ਵਿੱਚ ਇੱਕ ਮੇਜਰ ਰੋਲ ਇਨਫਲੇਸ਼ਨ ਦਾ ਵੀ ਹੁੰਦਾ ਆ। ਠੀਕ ਹੈ, ਇਨਫਲੇਸ਼ਨ ਜਿਹਨੂੰ ਆਪਾਂ ਮਹਿੰਗਾਈ ਵੀ ਕਹਿ ਦਿੰਦੇ ਆ। ਸੋ ਜਿੱਦਾਂ ਜਿੱਦਾਂ ਪ੍ਰਾਈਸਿਸ ਵੱਧਦੇ ਆ ਚੀਜ਼ਾਂ ਦੇ, ਨੋ ਡਾਊਟ ਪ੍ਰਾਪਰਟੀ ਦਾ ਰੇਟ ਵੀ ਵਧੂਗਾ। ਸੋ ਇਸ ਕੇਸ ਦੇ ਵਿੱਚ ਸਾਨੂੰ ਕੈਪੀਟਲ ਤੋਂ ਜੋ ਗੇਨ ਹੋਇਆ, ਠੀਕ ਹੈ, ਸਾਡੀ ਇੱਥੇ ਕੈਪੀਟਲ ਕੀ ਹੈ? ਪ੍ਰੋਪਰਟੀ। ਸੋ ਪ੍ਰੋਪਰਟੀ ਜਿਹੜੀ ਅਸੀਂ ਖਰੀਦੀ ਸੀ 2015 ਦੇ ਵਿੱਚ ਤੇ 2024 ਚ ਉਹਨੂੰ ਵੇਚਣਾ ਆ, ਉਹ ਜਿਹੜਾ ਸਾਨੂੰ ਗੇਨ ਹੋਣਾ ਆ 3-4 ਲੱਖ ਰੁਪਏ ਦਾ, ਉਹਦੇ ਉੱਤੇ ਵੀ ਤੇ ਟੈਕਸ ਲੱਗੂਗਾ। ਠੀਕ ਹੈ, ਸੋ ਇਹ ਕੀ ਹੈ? ਲੌਂਗ ਟਰਮ ਲਈ ਲਈ ਹੋਈ ਕੋਈ ਵੀ ਚੀਜ਼, ਠੀਕ ਹੈ, ਉਹਦੇ ਤੇ ਸਾਨੂੰ ਜੋ ਪ੍ਰੋਫਿਟ ਹੋਇਆ ਤੇ ਉਹਦੇ ਤੇ ਸਰਕਾਰ ਨੇ ਕੁਝ ਟੈਕਸ ਲਗਾਏ ਹੋਏ ਆ, ਜਿਹਦੀਆਂ ਕੁਝ ਨੋਰਮਸ ਨੇ, ਕੁਝ ਪ੍ਰੋਵੀਜ਼ਨਸ ਨੇ। ਹੁਣ ਦੇਖੋ, ਹੁਣ ਇਹਦੇ ਵਿੱਚ ਆਇਆ ਕੀ ਸੀ ਫਾਈਨਾਂਸ ਬਿੱਲ ਦੇ ਵਿੱਚ, ਇਹ ਬਹੁਤ ਹੀ ਜ਼ਿਆਦਾ ਬਾਅਦ ਵਿੱਚ ਇਹਨੂੰ ਕ੍ਰਿਟਿਸਾਈਜ਼ ਵੀ ਕੀਤਾ ਗਿਆ। ਮੈਂ ਤੁਹਾਨੂੰ ਦੱਸੂਗੀ ਕਿਉਂ। ਸੋ ਇਹਦੇ ਵਿੱਚ ਗਵਰਨਮੈਂਟ ਨੇ ਜਿਹੜੇ ਪ੍ਰਾਪਰਟੀ ਓਨਰ ਸੀਗੇ ਉਹਨਾਂ ਨੂੰ 2 ਆਪਸ਼ਨਸ ਦਿੱਤੀਆਂ। ਉਹਨਾਂ ਨੇ ਕਿਹਾ ਕਿ ਤੁਹਾਨੂੰ ਜਿਹੜੀ ਟੈਕਸੇਸ਼ਨ ਰਜੀਮ ਆ, ਠੀਕ ਹੈ, ਜਿਹੜੀ ਆਪਾਂ ਇਹਦੇ ਵਿੱਚ ਫਾਈਨਾਂਸ ਬਿੱਲ ਦੇ ਵਿੱਚ ਲਾਗੂ ਕਰ ਰਹੇ ਆ, ਇਹਦੇ ਵਿੱਚ ਤੁਹਾਡੇ ਕੋਲ 2 ਆਪਸ਼ਨਸ ਨੇ। 올ਡ ਰਜੀਮ ਕੀ ਕਹਿੰਦੀ ਆ? 올ਡ ਰਜੀਮ ਦੇ ਵਿੱਚ ਤੁਹਾਨੂੰ ਜਿਹੜਾ ਆ 20% ਤੁਸੀਂ ਟੈਕਸ ਦਿਓਗੇ। ਠੀਕ ਹੈ, 20% ਟੈਕਸ ਦਿਓਗੇ ਲੌਂਗ ਟਰਮ ਕੈਪੀਟਲ ਗੇਨ ਦੇ ਉੱਤੇ। ਬਟ ਇਹ 20% ਟੈਕਸ ਜਿਹੜਾ ਆ ਵਿਦ ਇੰਡੈਕਸੇਸ਼ਨ ਬੈਨੀਫਿਟ ਆ। ਇੰਡੈਕਸੇਸ਼ਨ ਬੈਨੀਫਿਟ ਕੀ ਆ ਇਹ ਮੈਂ ਤੁਹਾਨੂੰ ਸਮਝਾਉਣੀ ਆ। ਠੀਕ ਹੈ, ਜੇ ਤੁਸੀਂ ਇੰਡੈਕਸੇਸ਼ਨ ਬੈਨੀਫਿਟ ਅਵੇਲ ਕਰ ਰਹੇ ਆ ਫਿਰ ਤੁਹਾਨੂੰ 20% ਟੈਕਸ ਲੱਗੂਗਾ। ਨਿਊ ਰਜੀਮ ਦੇ ਵਿੱਚ ਉਹ ਕਹਿੰਦੇ ਆ ਕਿ ਇਹਦੇ ਵਿੱਚ ਕੋਈ ਵੀ ਜਿਹੜਾ ਆ ਉਹ ਇੰਡੈਕਸੇਸ਼ਨ ਬੈਨੀਫਿਟ ਤੁਹਾਨੂੰ ਨਹੀਂ ਮਿਲੂਗਾ, ਪਰ ਟੈਕਸ ਕਿੰਨਾ ਲੱਗੂਗਾ ਤੁਹਾਨੂੰ? 12.5%। ਠੀਕ ਹੈ, ਲੌਂਗ ਟਰਮ ਕੈਪੀਟਲ ਗੇਨ ਤੁਹਾਨੂੰ ਕਿੰਨਾ ਲੱਗੂਗਾ? ਉਹਦਾ ਟੈਕਸ ਕਿੰਨਾ ਲੱਗੂਗਾ? 12.5%। ਬਟ ਇਹਦੇ ਵਿੱਚ ਕੀ ਆ? ਵਿਦਆਊਟ ਇੰਡੈਕਸੇਸ਼ਨ ਬੈਨੀਫਿਟ। ਤੁਸੀਂ ਕੋਈ ਵੀ ਇੰਡੈਕਸੇਸ਼ਨ ਬੈਨੀਫਿਟ ਨਹੀਂ ਲੈ ਸਕਦੇ। ਔਰ ਇਹ ਕਦੋਂ ਤੋਂ ਲਾਗੂ ਹੋਊਗਾ? ਇਹ ਲਾਗੂ ਹੋਊਗਾ ਵਿਦ ਇਫੈਕਟ ਫਰੋਮ 23 ਜੁਲਾਈ 2024। ਹੁਣ ਇਹ ਡੇਟ ਕਿਉਂ ਹੈ? ਕਿਉਂਕਿ ਇਸ ਦਿਨ ਫਾਈਨਾਂਸ ਬਿੱਲ ਲਿਆਂਦਾ ਗਿਆ ਸੀ ਬਜਟ ਦੇ ਵਿੱਚ। ਠੀਕ ਹੈ, ਸੋ 23 ਜੁਲਾਈ 2024 ਤੋਂ ਬਾਅਦ ਜਿਹੜੀ ਵੀ ਤੁਸੀਂ ਪ੍ਰਾਪਰਟੀ ਖਰੀਦਦੇ ਆ ਲੌਂਗ ਟਰਮ ਵਾਸਤੇ, ਉਹਦੇ ਵਿੱਚ ਤੁਹਾਨੂੰ ਵਿਦਆਊਟ ਇੰਡੈਕਸੇਸ਼ਨ 12.5% ਦਾ ਟੈਕਸ ਜਿਹੜਾ ਤੁਸੀਂ ਲਓਗੇ। ਲੇਕਿਨ ਇਹ ਚੀਜ਼ ਅਗਰ ਤੁਸੀਂ ਮੰਨ ਲਓ 23 ਜੁਲਾਈ 2024 ਤੋਂ ਪਹਿਲਾਂ ਪ੍ਰਾਪਰਟੀ ਖਰੀਦੀ ਹੈ, ਸੋ ਉਸ ਕੇਸ ਦੇ ਵਿੱਚ ਤੁਹਾਨੂੰ 20% ਵਿਦ ਇੰਡੈਕਸੇਸ਼ਨ ਬੈਨੀਫਿਟ ਜਿਹੜਾ ਲੱਗੂਗਾ। ਠੀਕ ਹੈ, ਸੋ ਇਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਹੁਣ ਕਿ ਇੰਡੈਕਸੇਸ਼ਨ ਕੀ ਹੁੰਦਾ ਹੈ। ਸਭ ਤੋਂ ਪਹਿਲਾਂ ਇਹਨੂੰ ਸਮਝਣ ਵਾਸਤੇ ਸੋ ਇੱਥੇ ਲਿਖ ਦਿੰਦੇ ਆ। ਸੋ ਇੰਡੈਕਸੇਸ਼ਨ ਕੀ ਹੁੰਦਾ ਆ? ਇੰਡੈਕਸੇਸ਼ਨ ਹੁੰਦਾ ਆ ਕਿ ਜਿੱਦਾਂ ਜਿੱਦਾਂ ਪ੍ਰਾਈਸ ਵਧੂਗਾ ਕਿਸੇ ਵੀ ਚੀਜ਼ ਦਾ, ਇਸ ਕੇਸ ਦੇ ਵਿੱਚ ਐਸੈਟ ਕੀ ਹੈ ਸਾਡੇ ਕੋਲ? ਪ੍ਰੋਪਰਟੀ। ਠੀਕ ਹੈ, ਪ੍ਰੋਪਰਟੀ। ਸੋ ਜਿੱਦਾਂ ਜਿੱਦਾਂ ਪ੍ਰਾਈਸ ਵਧੂਗਾ, ਇੰਡੈਕਸੇਸ਼ਨ ਦਾ ਮਤਲਬ ਹੁੰਦਾ ਆ ਕਿ ਇਹਨੂੰ ਆਪਾਂ ਇਨਫਲੇਸ਼ਨ ਦੇ ਨਾਲ ਉਸ ਦਾ ਜਿਹੜਾ ਪਰਚੇਸ ਪ੍ਰਾਈਸ ਆ ਉਹਨੂੰ ਐਡਜਸਟ ਕਰ ਦਿੱਤਾ ਜਾਊਗਾ। ਠੀਕ ਹੈ, ਸੋ ਇੰਡੈਕਸੇਸ਼ਨ ਕੀ ਆ? ਇਟ ਇਜ਼ ਦਾ एडजस्टेड परचेज प्राइस। ठीक है, एंड एडजस्टेड परचेज प्राइस या
मीनस कि आपां इनू एज अ रिजल्ट ऑफ इन्फ्लेशन आपां इनू एडजस्ट कर दिता है। हुण इनू ये प्राइस नू कैलकुलेट किद्दां करीदा या इंडेक्सेशन नू आपां कैलकुलेट करीदा किद्दां करीदा आ, क्योंकि इन्फ्लेशन दे वजह नाल प्राइस वधिया, ठीक है। सो इंडेक्सेशन का मतलब इन्ना भी याद रख लियो कि इन्फ्लेशन एडजस्टेड परचेज प्राइस आ। इंडेक्सेशन का मतलब की है इन्फ्लेशन एडजस्टेड परचेज प्राइस, कि आपां परचेज प्राइस नू नाल दे नाल जिद्दां जिद्दां महंगाई वधी गई आपां नू एडजस्ट करिए इन टर्म्स ऑफ इन्फ्लेशन। बट इनू किस तरह कीता आपां, इस दे लई आपां यूज करदे हां कॉस्ट इन्फ्लेशन इंडेक्स। कॉस्ट इन्फ्लेशन इंडेक्स यूज करते हैं, ठीक है, CII। एंड कॉस्ट इन्फ्लेशन इंडेक्स जेड़ा आ ये इनकम टैक्स डिपार्टमेंट जेड़ा आ अपने इनकम टैक्स डिपार्टमेंट हर साल इनू रिलीज करदा आ अंडर सेक्शन 48 ऑफ IT एक्ट, इनकम टैक्स एक्ट ऑफ 1961। ठीक है, मैं दोबारा रिपीट करूंगी, डोंट वरी। सो सब तो पहले आपां गल कीती कि फाइनेंस बिल 2024 आया जिहदे विच उन्होंने इमूवेबल प्रॉपर्टीज दे उत्ते जिहड़ा लॉन्ग टर्म कैपिटल गेन्स टैक्स लगाया उत्ते कुछ प्रोविजनस लियांदियां, जिहदे विच इन्होंने दो चीज़ां लियांदियां कि जे तुसीं इंडेक्सेशन दा बेनिफिट लैंदे आ तो तुहानूं 20% टैक्स तारना पऊगा, जे तुसीं इंडेक्सेशन दा बेनिफिट नहीं लेंदे तो तुहानूं 12.5% टैक्स लगूगा। बट 23 जुलाई 2024 तो बाद जिहड़ियां प्रॉपर्टीज तुसीं खरीदोगे वेचोगे ਉਹਦੇ ਤੇ ਤੁਹਾਨੂੰ ਜਿਹੜਾ ਵਿਦਆਊਟ ਇੰਡੈਕਸੇਸ਼ਨ 12.5% ਹੀ ਲੱਗਣਾ ਹੈ। ਉਸ ਤੋਂ ਪਹਿਲਾਂ ਜਿਹੜਾ ਆ ਉਹ ਤੁਸੀਂ ਇਹਦੇ ਵਾਸਤੇ ਕਰ ਸਕਦੇ ਆ, ਆਪਟ ਕਰ ਸਕਦੇ ਆ। ਐਂਡ ਇਸ ਚੀਜ਼ ਨੂੰ ਆਪਾਂ ਕਹਿ ਦਿੰਦੇ ਆ ਗ੍ਰੈਂਡਫਾਦਰਿੰਗ, ਠੀਕ ਹੈ। ਉਹ ਐਕਟੀਵਿਟੀਜ਼ ਜਿਹੜੀਆਂ ਕੰਟੀਨਿਊ ਰਹਿੰਦੀਆਂ ਨੇ ਜਦ ਤੱਕ ਨਵੇਂ ਰੂਲਸ ਨਹੀਂ ਆਉਂਦੇ ਉਹਨੂੰ ਆਪਾਂ ਗ੍ਰੈਂਡਫਾਦਰਿੰਗ ਕਹਿੰਦੇ ਆ, ਠੀਕ ਹੈ। ਸੋ ਹੁਣ ਹੋਇਆ ਕਿ ਹੁਣ ਇੰਡੈਕਸੇਸ਼ਨ ਕੀ ਹੁੰਦਾ ਹੈ, ਜਦੋਂ ਇਨਫਲੇਸ਼ਨ ਦੇ ਨਾਲ ਆਪਾਂ ਕਿਸੇ ਵੀ ਐਸੈਟ ਦੇ ਪਰਚੇਸ ਪ੍ਰਾਈਸ ਨੂੰ ਐਡਜਸਟ ਕਰਦੇ ਆ। ਸੋ ਇਟ ਇਜ਼ ਨੋਨ ਐਜ਼ ਇਨਫਲੇਸ਼ਨ ਐਡਜਸਟਡ ਪਰਚੇਸ ਪ੍ਰਾਈਸ। ਹੁਣ ਇਹ ਕੈਲਕੂਲੇਟ ਕਿੱਦਾਂ ਕਰਦੇ ਆ, ਇਹਦੇ ਵਾਸਤੇ ਅਸੀਂ ਕਾਸਟ ਇਨਫਲੇਸ਼ਨ ਇੰਡੈਕਸ ਯੂਜ਼ ਕਰਦੇ ਆ। ਕਾਸਟ ਇਨਫਲੇਸ਼ਨ ਇੰਡੈਕਸ ਦਾ ਕੰਮ ਕੀ ਹੁੰਦਾ ਆ, ਇਹ ਸਾਨੂੰ ਕਿਸੇ ਵੀ ਪ੍ਰਾਈਸ ਦੇ ਵਧਣ ਦਾ ਮਤਲਬ ਇਨਫਲੇਸ਼ਨ ਦੇ ਨਾਲ ਵਧਣ ਦਾ ਜੋ ਪ੍ਰਾਈਸ ਹੁੰਦਾ ਇਹਦਾ ਐਸਟੀਮੇਟ ਸਾਨੂੰ ਕਾਸਟ ਇਨਫਲੇਸ਼ਨ ਦਿੰਦਾ ਆ, ਠੀਕ ਹੈ। ਅਗੇਨ ਆਈ ਰਿਪੀਟ, ਕਾਸਟ ਇਨਫਲੇਸ਼ਨ ਇੰਡੈਕਸ ਸਾਨੂੰ ਉਹ ਪ੍ਰਾਈਸ ਦਿੰਦਾ ਆ ਜਿਹੜਾ ਇਨਫਲੇਸ਼ਨ ਤੇ ਵਧਣ ਕਰਕੇ ਹੋਇਆ ਆ, ਠੀਕ ਹੈ। ਐਂਡ ਇਹ ਹਰ ਸਾਲ ਜਿਹੜਾ ਆ ਇਨਕਮ ਟੈਕਸ ਡਿਪਾਰਟਮੈਂਟ ਇਹਨੂੰ ਸੈਕਸ਼ਨ 48 ਆਫ ਇਨਕਮ ਟੈਕਸ ਐਕਟ 1961 ਦੇ ਅੰਦਰ ਰਿਲੀਜ਼ ਕਰਦਾ ਹੈ, ਠੀਕ ਹੈ। ਹੁਣ ਇਨਫਲੇਸ਼ਨ ਐਡਜਸਟਡ ਪ੍ਰਾਈਸ ਨੂੰ ਕੈਲਕੂਲੇਟ ਕਰਨ ਵਾਸਤੇ ਇੱਕ ਫਾਰਮੂਲਾ ਆ, ਇਨਫਲੇਸ਼ਨ ਐਡਜਸਟਡ ਪ੍ਰਾਈਸ ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਆ। ਉਹ ਫਾਰਮੂਲਾ ਕੀ ਆ, इधर ले देनी है नीचे, वो फॉर्मूला है कॉस्ट इन्फ्लेशन इंडेक्स ऑफ द ईयर ऑफ सेल, ठीक है। जिस साल तुसी सेल करना है उस ईयर दा की कॉस्ट इन्फ्लेशन इंडेक्स है उस पर्टिकुलर एसेट दा ओवर कॉस्ट इन्फ्लेशन इंडेक्स ऑफ द ईयर ऑफ परचेज मल्टीप्लाई बाय एक्चुअल परचेज प्राइस, एक्चुअल परचेज प्राइस ऑफ द एसेट, ठीक है। हुण आपां इन्फ्लेशन दे नाल प्राइस नूं क्यों एडजस्ट करदे आ महंगाई दे नाल, ताकि महंगाई दा जिहड़ा इंपैक्ट आ इहनूं न्यूट्रलाइज कर सके। जिवें एसिड दे उत्ते बेस पा दो तो न्यूट्रलाइज हो जांदा ना, बेस दे उत्ते एसिड पा दो न्यूट्रलाइज हो जांदा। इसी तरह ही जिहड़ा आपां एडजस्ट करदे आ प्राइस, इंडेक्सेशन जिहड़ा आ इंडेक्सेशन इन्फ्लेशन नूं न्यूट्रलाइज कर दिंदा आ ਤੇ ਲੋਕਾਂ ਨੂੰ ਇਸ ਚੀਜ਼ ਦਾ ਜਿਹੜਾ ਮਹਿੰਗਾਈ ਵੱਧਦੀ ਆ ਉਹਦਾ ਬਹੁਤਾ ਜ਼ਿਆਦਾ ਇਫੈਕਟ ਉਹਨਾਂ ਦੇ ਨਹੀਂ ਪੈਂਦਾ। ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਊਂਗੀ, ਮੰਨ ਲਓ ਤੁਸੀਂ ਕੋਈ ਪ੍ਰਾਪਰਟੀ ਜਿਹੜੀ ਸੀਗੀ, ਇੱਕ ਪ੍ਰਾਪਰਟੀ ਤੁਸੀਂ 100 ਰੁਪਏ ਦੀ ਖਰੀਦੀ, ਠੀਕ ਹੈ। 100 ਰੁਪਏ ਆਈ ਨੋ ਕਿ ਕੋਈ ਪ੍ਰਾਪਰਟੀ ਨਹੀਂ ਆਉਂਦੀ ਬਟ ਜਸਟ ਫॉर ਐਗਜ਼ਾਮਪਲ, ਠੀਕ ਹੈ। ਸੋ ਇਹ ਤੁਸੀਂ ਖਰੀਦੀ ਸੀਗੀ ਵਿਦ ਇੰਡੈਕਸੇਸ਼ਨ, ਵਿਦ ਇੰਡੈਕਸੇਸ਼ਨ, ਠੀਕ ਹੈ। ਐਂਡ ਇਹ ਖਰੀਦੀ ਤੁਸੀਂ ਵਿਦਆਊਟ ਇੰਡੈਕਸੇਸ਼ਨ। ਹੁਣ ਇਹਨੂੰ ਕ੍ਰਿਟਿਸਾਈਜ਼ ਕਿਉਂ ਕੀਤਾ ਗਿਆ ਇਹ ਵੀ ਤੁਹਾਨੂੰ ਦੱਸੂਗੀ। ਹੁਣ ਵਿਦ ਇੰਡੈਕਸੇਸ਼ਨ ਸਾਨੂੰ ਪਤਾ ਆ ਕਿ ਸਾਨੂੰ 20% ਜਿਹੜਾ ਵਾ ਲੌਂਗ ਟਰਮ ਕੈਪੀਟਲ ਗੇਨਸ ਦੇ ਉੱਤੇ ਟੈਕਸ ਪੈਣਾ ਆ, ਤੇ ਇੱਥੇ ਸਾਨੂੰ ਪਤਾ ਵਿਦਆਊਟ ਇੰਡੈਕਸੇਸ਼ਨ ਜਾਂ ਭਾਵੇਂ ਪਰ 12.5% ਜਿਹੜਾ ਆ ਟੈਕਸ ਪੈਣਾ ਹੈ ਨਾ। ਹੁਣ ਦੇਖੋ 100 ਰੁਪਏ ਦੀ ਖਰੀਦੀ 50 ਸਾਲਾਂ ਬਾਅਦ ਉਹਦੀ ਜਿਹੜੀ ਵੈਲਿਊ ਸੀਗੀ ਉਹ 200 ਰੁਪਏ ਹੋ ਗਈ, ਠੀਕ ਹੈ। ਇਹਦੀ ਵੀ 50 ਸਾਲਾਂ ਬਾਅਦ ਉਹਦੀ ਵੈਲਿਊ 200 ਰੁਪਏ ਹੋ ਗਈ, ठीक है। बट ये क्योंकि इंडेक्सेशन का बेनिफिट अहीं अवेल किया है, मीनस कि इन्फ्लेशन एडजस्टेड परचेज प्राइस आ। सो ਇਹਦਾ ਜਿਹੜਾ ਪ੍ਰਾਈਸ ਹੀ 50 ਸਾਲਾਂ ਦੇ ਵਿੱਚ ਜਿਹੜਾ ਆਹ ਵਾਲਾ ਪ੍ਰਾਈਸ ਆ
160, ठीक है। हुण इहदे विच देखो 200 चों 160 कट दो तो सिर्फ 40, वैसे तो असीं गेन देखिए तो आप 100 रुपए का गेन लै रहे हैं इहदे उत्ते, है ना। 200 का मतलब 100 के उत्ते 100 जिहड़ा बेचिया, है ना। बट इहदे विच मान लो 100 की वैल्यू जिहड़ी 160 हो गई, क्योंकि आपां इहनूं इंडैक्सेशन दे नाल खरीदिया हैगा। हुण इहदे विच टैक्स जिहड़ा आ वो सिर्फ उपरले 40 दे उत्ते ही पऊगा। 40 दे उत्ते अगर 20% टैक्स पैंदा ते सानूं सिर्फ 8 रुपए टैक्स देना पैंदा है। इहदे विच विदाउट इंडैक्सेशन 200 रुपया हो गया, ठीक है, 200 रुपया हो गया। लेकिन इहदे विच की है जिहड़ा सानूं प्रॉफिट आया लॉन्ग टर्म दे विच, इह च सानूं प्रॉफिट च चाहे इहदे विच भी सानूं 100 रुपए ही आया हैगा, बट इहदे विच की है इन्फ्लेशन दे नाल परचेज प्राइस नाल दे नाल एडजस्ट हो गया, ठीक है। एंड सानूं जिहड़ा है इन्ना प्रॉफिट जिहड़ा आया ये लॉन्ग टर्म कैपिटल गेन है साडा, जिहड़ा कि उन्होंने टैक्स कट्टण लई कैलकुलेट करना है, ठीक है। हुण इहदे ते टैक्स पऊगा कितना 20%, ये कितना हो गया 8 रुपए। हुण इत्थे की है, इत्थे कोई इंडैक्सेशन बेनिफिट अहीं अवेल नहीं कीता, सो इत्थे की है 12.5% टैक्स सानूं लगूगा, भावें कि टैक्स इहदे कंपैरेटिवली घट आ, पर आपां किन्ने पैसे दित्ते आ 12.5 रुपए के। इत्थे आपां किन्ने पैसे दे रहे हैं विद इंडैक्सेशन 8 रुपए के। सो ओवरऑल जिहड़ा आ चीज़ सीगी जो पहला तो चली आ रही सी, ये बेटर सी। सो इसी चीज़ का क्रिटिसिज्म जिहड़ा सीगा इसनूं मिलिया इस बिल नूं, कि मीनस कि कई केसिस दे विच जिथे इंडैक्सेशन बेनिफिट नहीं है या जिथे इंडैक्सेशन बेनिफिट हैगा आ, ठीक है, उत्थे अज भी जिहड़े रियल एस्टेट्स दे मतलब हैगे ने जिहड़े इहदे विच डील करदे ने उन्हां नूं इस चीज़ का फायदा ही हो रहा है, ठीक है। विद इंडैक्सेशन, विदाउट इंडैक्सेशन उन्हां नूं लॉस ही है, राइट। सो इस तो बाद गवर्नमेंट ने डिसीजन जिहड़ा सी विथड्रॉ कर लिया सी, बट हाँ तुहानूं लॉन्ग टर्म दे विच इस चीज़ां याद रहन, सो इसलिए मैं तुहानूं ये सारा कुछ जिहड़ा समझाया है, ठीक है। सो लॉन्ग टर्म कैपिटल गेन्स की हुंदा, कैपिटल मीन्स विच जनरेट सम इनकम, सो इन दैट केस द कैपिटल वाज प्रॉपर्टी, ठीक है। सो प्रॉपर्टी के उत्ते सानू जिहड़ा है जो भी असीं 4-5 सालां दे विच जो गेन कीता उहदे ते सानू टैक्स मिलना। विद इंडैक्सेशन मीन्स इन्फ्लेशन एडजस्टेड प्राइस, एंड वो किहदे नाल कैलकुलेट करदे आपां कॉस्ट इन्फ्लेशन इंडेक्स नाल, जो कि इनकम टैक्स डिपार्टमेंट हर साल रिलीज करदा है। एंड कॉस्ट इन्फ्लेशन इंडेक्स ऑफ द ईयर ऑफ सेल डिवाइडेड बाय कॉस्ट इन्फ्लेशन इंडेक्स ऑफ द ईयर ऑफ परचेज मल्टीप्लाई बाय एक्चुअल परचेज प्राइस ऑफ द प्रॉपर्टी या एसेट, वो सानू दिंदा आ इन्फ्लेशन एडजस्टेड प्राइस, ठीक है। सो इन्फ्लेशन एडजस्टेड प्राइस तो आपां इदां कैलकुलेट करदे यानी कि इंडैक्सेशन आपां इदां कैलकुलेट करदे हैं, जो कि सानू इन्फ्लेशन जो वध रही इन्फ्लेशन है न्यूट्रलाइज करने में हेल्प करता है, ठीक है। सो आज ਜਿਹੜੀਆਂ ਟਰਮਸ ਨੇ 20% LTCG ਤੇ 23 ਜੁਲਾਈ 2024 ਤੋਂ ਬਾਅਦ ਜਿਹੜੀਆਂ ਪ੍ਰੋਪਰਟੀਆਂ ਨੇ ਉਹਨਾਂ ਦੇ ਆ ਚੀਜ਼ ਇੰਪਲੀਮੈਂਟ ਹੋਊਗੀ ਵਿਦਆਊਟ ਇੰਡੈਕਸੇਸ਼ਨ 12.5%। ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਨੇ। ਨਾਓ ਨੈਕਸਟ ਜਿਹੜਾ ਸਾਡਾ ਟੌਪਿਕ ਆ ਦੈਟ ਇਜ਼ ਬੈਂਕਿੰਗ ਲਾਜ਼ ਅਮੈਂਡਮੈਂਟ ਬਿੱਲ 2024। ਹੁਣ ਇਹਦੇ ਵਿੱਚ ਦੇਖੋ ਨਾਮ ਤੋਂ ਹੀ ਕਲੀਅਰ ਆ, ਸੋ ਬੈਂਕ ਰਿਲੇਟਡ ਜਿਹੜੇ ਲਾਜ਼ ਨੇ ਇਹਨਾਂ ਨੂੰ ਅਮੈਂਡ ਕੀਤਾ ਜਾਊਗਾ। ਉਹ ਕਿਹੜੇ ਲਾਜ਼ ਨੇ? ਸਭ ਤੋਂ ਪਹਿਲਾ ਹੈਗਾ RBI ਐਕਟ 1934, ਬਹੁਤ ਪੁਰਾਣਾ ਹੋ ਗਿਆ, ਬ੍ਰਿਟਿਸ਼ਰਸ ਦੇ ਵੇਲੇ ਦਾ ਐਕਟ ਆ, ਠੀਕ ਹੈ। ਫਿਰ ਉਸ ਤੋਂ ਬਾਅਦ ਤੁਹਾਡਾ ਬੈਂਕਿੰਗ ਰੈਗੂਲੇਸ਼ਨ ਐਕਟ, ਇਹ ਵੀ ਬਹੁਤ ਪੁਰਾਣਾ ਹੋ ਗਿਆ ਆ, ਹੈ ਨਾ। ਬੈਂਕਿੰਗ ਰੈਗੂਲੇਸ਼ਨ ਐਕਟ 1949 ਦਾ, ਸੋ ਇਹਨੂੰ ਅਮੈਂਡ ਕੀਤਾ ਜਾਊਗਾ। ਫਿਰ SBI ਐਕਟ ਜਿਹੜਾ ਆ 1955 ਦਾ, ਕਿੰਨਾ ਪੁਰਾਣਾ ਆ, ਇਹਨੂੰ ਅਮੈਂਡ ਕੀਤਾ ਜਾਊਗਾ। ਫਿਰ ਬੈਂਕਿੰਗ acquisition and transfer of undertakings 1970 ਤੇ ਬੈਂਕਿੰਗ acquisition and transfer of undertakings 1980। ਸੋ ਇਸ ਲਾਅ ਦੇ ਨਾਲ ਇਹ ਜਿਹੜੇ ਲਾਜ਼ ਨੇ ਇਹਨਾਂ ਦੇ ਵਿੱਚ ਕੁਝ ਅਮੈਂਡਮੈਂਟਸ ਜਿਹੜੀਆਂ ਆ ਲਿਆਂਦੀਆਂ ਜਾਣਗੀਆਂ। ਹੁਣ ਇਹਦੇ ਵਿੱਚ ਜਿਹੜੀਆਂ ਕੀ ਪ੍ਰੋਵੀਜ਼ਨਸ ਨੇ ਉਹ 3-4 ਨੇ ਜਿਹੜੀਆਂ ਤੁਸੀਂ ਨੋਟ ਡਾਊਨ ਕਰਨੀਆਂ ਆ। ਸਭ ਤੋਂ ਪਹਿਲੀ ਪ੍ਰੋਵੀਜ਼ਨ ਇਹ ਹੈ ਕਿ ਜਿਹੜੇ ਨੋਮੀਨੀਜ਼ ਨੇ ਉਹ ਇਹਨਾਂ ਨੇ 4 ਕਰ ਦਿੱਤੇ ਆ, ਠੀਕ ਹੈ। ਜਿਹੜਾ ਆਪਾਂ ਨੋਮੀਨੇਟ ਕਰਦੇ ਆ ਕਿਸੇ ਨੂੰ ਵੀ, ਹੈ ਨਾ, ਆਪਣੇ ਬਿਹਾਫ ਤੇ ਨੋਮੀਨੀ ਲਿਖਦੇ ਆ ਬੈਂਕ ਦੇ ਵਿੱਚ ਜਾ ਕੇ, ਆਪਣੇ ਫਾਰਮ ਫਿਲ ਕਰਦੇ ਜਦੋਂ ਅਕਾਊਂਟ ਖੁਲਾਉਂਦੇ ਆ। ਸੋ ਨੰਬਰ ਜਿਹੜਾ ਵਧਾ ਕੇ 4 ਕਰ ਦਿੱਤਾ ਗਿਆ ਹੈ ਵਿਦ ਸਕਸੈਸਿਵ ਉਹਨਾਂ ਦੇ ਜਿੰਨੇ ਵੀ ਸ਼ੇਅਰਸ ਹੋਣਗੇ ਅਕੋਰਡਿੰਗਲੀ, ਠੀਕ ਹੈ। ਦੈਨ ਸੈਕਿੰਡ ਨੰਬਰ ਤੇ ਜਿਹੜਾ ਕੋਈ ਵੀ ਬੰਦਾ ਆ, ਠੀਕ ਹੈ, ਅਗਰ ਉਹ 7 ਸਾਲ ਤੱਕ 7 ਈਅਰਸ ਔਰ ਕੰਸੈਕਟਿਵ ਲਗਾਤਾਰ ਈਅਰਸ ਹੋਣੇ ਚਾਹੀਦੇ ਆ। ਸੋ ਇੱਥੋਂ ਤੱਕ ਅਗਰ ਉਹਦਾ ਕੋਈ ਵੀ ਪੈਸਾ ਅਗਰ ਉਹਨੇ ਕਿਤੇ ਵੀ ਜਾਂ ਡਿਵੀਡੈਂਡ ਜਾਂ ਸ਼ੇਅਰ ਕੋਈ ਵੀ ਉਹਦਾ ਜਿਹੜਾ ਆ ਉਹਨੂੰ ਕਲੇਮ ਨਹੀਂ ਕਰਦਾ, ਤੇ ਇਹ ਜਿਹੜਾ
ਉਹਦਾ ਅਨਕਲੇਮ ਡਿਪੋਜ਼ਿਟ ਆ, ਠੀਕ ਹੈ, ਅਨਕਲੇਮ ਡਿਪੋਜ਼ਿਟਸ ਨੇ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਉਹਨੇ ਕਲੇਮ ਹੀ ਨਹੀਂ ਕੀਤੇ ਇੰਨੇ ਸਾਲਾਂ ਦੇ ਵਿੱਚ, 7 ਸਾਲ ਤੱਕ ਲੈਣ ਹੀ ਨਹੀਂ ਆਇਆ ਵਾਪਸ, ਠੀਕ ਹੈ, ਜਾਂ ਉਹਦੇ ਸ਼ੇਅਰਸ ਪਏ ਨੇ ਜਾਂ ਉਹਦੇ ਡਿਵੀਡੈਂਡ ਪਏ ਨੇ, ਡਿਵੀਡੈਂਡ ਕਿੰਨਾ ਜੋ ਸ਼ੇਅਰਸ ਦੇ ਉੱਤੇ ਪ੍ਰੋਫਿਟ ਮਿਲਦਾ ਹੈ, ਠੀਕ ਹੈ। ਸੋ ਇਨ ਦੈਟ ਕੇਸ ਉਹ ਸਾਰਾ ਡਿਪੋਜ਼ਿਟ ਕਿੱਥੇ ਚਲ ਜੂਗਾ, ਉਹ ਚਲ ਜੂਗਾ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਦੇ ਵਿੱਚ, ਠੀਕ ਹੈ। ਇਹ ਜਿਹੜਾ ਫੰਡ ਆ ਇਹ ਕ੍ਰੀਏਟ ਕੀਤਾ ਗਿਆ ਸੀਗਾ ਕੰਪਨੀਜ਼ ਐਕਟ 1956 ਦੇ ਅੰਡਰ, ਕੰਪਨੀਜ਼ ਐਕਟ 99 ਦੇ ਵਿੱਚ ਅਮੈਂਡਮੈਂਟ ਕਰਕੇ ਇਹ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਕ੍ਰੀਏਟ ਕੀਤਾ ਗਿਆ, ਜਿਹਨੂੰ ਮੈਨੇਜ ਕਰਦੀ ਹੈ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ, ਠੀਕ ਹੈ। ਲੇਕਿਨ ਨਾਲ ਹੀ ਇੱਕ ਚੀਜ਼ ਇਹ ਵੀ ਇਹਨਾਂ ਨੇ ਕੀਤੀ ਹੈ ਕਿ ਜੇ ਬੰਦਾ ਵਾਪਸ ਆ ਜਾਂਦਾ ਆ ਤੇ ਉਹ ਫਿਰ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਚੋਂ ਆਪਣੇ ਪੈਸੇ ਜਿਹੜੇ ਆ ਕਲੇਮ ਵੀ ਕਰ ਸਕਦਾ ਆ, ਠੀਕ ਹੈ। ਦੂਸਰੀ ਚੀਜ਼ ਆ ਹੋਗੀ। ਤੀਸਰੀ ਚੀਜ਼ ਇਹਨਾਂ ਨੇ ਕਿਹਾ ਕਿ ਜਿਹੜੀ ਡਾਇਰੈਕਟਰਸ਼ਿਪ ਹੁੰਦੀ ਆ, ਠੀਕ ਹੈ, ਡਾਇਰੈਕਟਰਸ਼ਿਪ ਲੈਣ ਵਾਸਤੇ ਜਿਹੜਾ ਪਹਿਲਾਂ ਇਹਨਾਂ ਨੇ ਥ੍ਰੈਸ਼ਹੋਲਡ ਰੱਖੀ ਸੀਗੀ, ਲਿਮਿਟ ਰੱਖੀ ਸੀਗੀ, ਉਹ ਰੱਖੀ ਸੀ 2 ਲੱਖ ਦੀ, ਠੀਕ ਹੈ, ਉਹ ਵਧਾ ਕੇ ਕਿੰਨੀ ਕਰ ਦਿੱਤੀ ਆ 5 ਲੱਖ। ਐਂਡ ਲਾਸਟ ਇਹਨਾਂ ਨੇ ਕੀਤਾ ਕਿ ਕੋਆਪਰੇਟਿਵ ਬੈਂਕਸ ਵਾਸਤੇ ਜਿਹੜੀ ਟੈਨੋਰ ਆ, ਕੋਆਪਰੇਟਿਵ ਬੈਂਕਸ ਵਾਸਤੇ ਉਹ ਵਧਾ ਕੇ ਇਹਨਾਂ ਨੇ ਕਰ ਦਿੱਤੀ ਹੈ 8 ਸਾਲ ਸੀ ਪਹਿਲਾਂ, ਹੁਣ ਕਰ ਦਿੱਤੀ ਆ 10 ਸਾਲ, ਠੀਕ ਹੈ ਜੀ। ਸੋ ਬੈਂਕਿੰਗ ਰੈਗੂਲੇਸ਼ਨ ਬੈਂਕਿੰਗ ਲਾਜ਼ ਅਮੈਂਡਮੈਂਟ ਬਿੱਲ 2024 ਦੇ ਵਿੱਚ ਕੀ ਹੈ, ਇਹਨਾਂ ਨੇ ਲਿਆਂਦਾ ਕੁਝ ਐਕਟਸ ਦੇ ਵਿੱਚ ਅਮੈਂਡਮੈਂਟ ਕਰਨ ਵਾਸਤੇ। ਕਿਹੜੇ ਐਕਟ? ਆਰਬੀਆਈ ਐਕਟ 1934, बैंकिंग रेगुलेशन एक्ट 1949, बैंकिंग एक्विजिशन एंड ट्रांसफर ऑफ अंडरटेकिंग्स 1970 एंड 80 एंड एसबीआई एक्ट 1955 ਜਿਹਦੇ ਵਿੱਚ ਸਭ ਤੋਂ ਪਹਿਲਾਂ ਇਹਨਾਂ ਨੇ ਨੋਮੀਨੀਜ਼ ਜਿਹੜੇ ਐਨਹਾਂਸ ਕਰਕੇ 4 ਕਰ ਦਿੱਤੇ ਆ। ਸੈਕੰਡ ਨੰਬਰ ਤੇ ਇਹਨਾਂ ਨੇ ਕਿਹਾ ਕਿ ਅਗਰ 7 ਸਾਲ ਤੱਕ ਲਗਾਤਾਰ ਅਗਰ ਕੋਈ ਵੀ ਬੰਦਾ ਜਿਹੜਾ ਆਪਣਾ ਡਿਪੋਜ਼ਿਟ ਕਲੇਮ ਨਹੀਂ ਕਰਦਾ, ਸ਼ੇਅਰਸ ਕਲੇਮ ਨਹੀਂ ਕਰਦਾ, ਡਿਵੀਡੈਂਡਸ ਕਲੇਮ ਨਹੀਂ ਕਰਦਾ, ਸੋ ਇਨ ਦੈਟ ਕੇਸ ਉਹਦਾ ਡਿਪੋਜ਼ਿਟਸ ਜਿਹੜੇ ਆ ਇਨਵੈਸਟਰ ਐਜੂਕੇਸ਼ਨ ਐਂਡ ਪ੍ਰੋਟੈਕਸ਼ਨ ਫੰਡ ਦੇ ਵਿੱਚ ਚਲ ਜਾਣਗੇ, ਜਿਹਨੂੰ ਕਿ ਮਿਨਿਸਟਰੀ ਆਫ ਕਾਰਪੋਰੇਟ ਅਫੇਅਰਸ ਮੈਨੇਜ ਕਰਦੀ ਹੈ, ਜੋ ਕਿ ਕੰਪਨੀਜ਼ ਐਕਟ ਦੇ ਅੰਡਰ ਕ੍ਰੀਏਟ ਕੀਤਾ ਗਿਆ ਸੀਗਾ। ਤੀਸਰਾ ਇਹਨਾਂ ਨੇ ਕਿਹਾ ਕਿ ਡਾਇਰੈਕਟਰਸ਼ਿਪ ਵਾਸਤੇ ਜਿਹੜੀ ਥ੍ਰੈਸ਼ਹੋਲਡ ਆ ਪਹਿਲਾਂ 2 ਲੱਖ ਸੀਗਾ ਸ਼ੇਅਰ ਹੋਲਡਿੰਗ, ਠੀਕ ਹੈ, ਐਂਡ ਉਹਨੂੰ ਵਧਾ ਕੇ ਕਿੰਨੀ ਕਰ ਦਿੱਤੀ ਗਈ ਹੈ 5 ਲੱਖ, ਠੀਕ ਹੈ, ਫॉर ਸ਼ੇਅਰ ਹੋਲਡਿੰਗ। ਐਂਡ ਲਾਸਟ ਇਹਨਾਂ ਨੇ ਕੋਆਪਰੇਟਿਵ ਬੈਂਕਸ ਦੇ ਵਾਸਤੇ ਕੀ ਕੀਤਾ ਕਿ ਜਿਹੜੀ ਟੈਨੋਰ ਆ ਡਾਇਰੈਕਟਰਸ ਦੀ, ਠੀਕ ਹੈ, ਟੈਨੋਰ ਆਫ ਡਾਇਰੈਕਟਰਸ ਇਹ ਵਧਾ ਕੇ 8 ਸਾਲ ਤੋਂ 10 ਸਾਲ ਕਰ ਦਿੱਤੀ ਹੈ, ਠੀਕ ਹੈ। ਸੋ ਦਿਸ ਵਾਸ ਆਲ ਅਬਾਊਟ ਬੈਂਕਿੰਗ ਅਮੈਂਡਮੈਂਟ ਬਿੱਲ। ਨੈਕਸਟ ਜਿਹੜਾ ਅੱਜ ਦਾ ਸਾਡਾ ਲਾਸਟ ਟੌਪਿਕ ਆ, that is World Trade Statistical Review 2023। ਸੋ ਨਾਮ ਤੋਂ ਹੀ ਕਲੀਅਰ ਹੈ, ਇਹ ਪਬਲਿਸ਼ ਕੀਤਾ ਆ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਨੇ, ਠੀਕ ਹੈ। ਸੋ ਇਹਦੇ ਕੁਝ ਫੈਕਟਸ ਨੇ। ਸਭ ਤੋਂ ਪਹਿਲਾਂ ਇੰਡੀਆ ਦੀ ਗੱਲ ਕਰੀਏ ਤੇ ਇੰਡੀਆ ਦਾ ਰੈਂਕ ਜਿਹੜਾ ਆ 8 ਆ ਐਗਰੀਕਲਚਰਲ ਐਕਸਪੋਰਟਸ ਦੇ ਵਿੱਚ। ਐਗਰੀਕਲਚਰਲ ਐਕਸਪੋਰਟਸ ਦੇ ਵਿੱਚ 2023 ਦੇ ਜੋ ਡਾਟਾ ਆ, ਇੰਡੀਆ ਦਾ ਰੈਂਕ 8 ਆ। ਇਸ ਤੋਂ ਇਲਾਵਾ ਮਰਕੈਂਡਾਈਜ਼ ਜਿਹੜੀ ਐਕਸਪੋਰਟਸ ਨੇ, ਮਰਕੈਂਡਾਈਜ਼ ਦੇ ਗੁੱਡਸ ਵਗੈਰਾ, ਠੀਕ ਹੈ। ਸੋ ਇਹਦੇ ਵਿੱਚ ਇੰਡੀਆ ਦਾ ਰੈਂਕ ਜਿਹੜਾ ਆ that is 18, ਠੀਕ ਹੈ। ਐਂਡ ਸਰਵਿਸ ਐਕਸਪੋਰਟਸ ਦੇ ਵਿੱਚ ਇੰਡੀਆ ਦਾ ਰੈਂਕ ਜਿਹੜਾ ਆ that is 7, ਠੀਕ ਹੈ। ਐਂਡ ਓਵਰਆਲ ਵਰਲਡ ਦੀ ਗੱਲ ਕਰੀਏ ਤੇ ਮਰਕੈਂਡਾਈਜ਼ ਐਕਸਪੋਰਟਸ ਦੇ ਵਿੱਚ ਚਾਈਨਾ ਨੰਬਰ 1 ਤੇ ਹੈ, ਨੰਬਰ 2 ਤੇ USA ਹੈ ਤੇ ਨੰਬਰ 3 ਤੇ ਜਰਮਨੀ ਹੈ, ਠੀਕ ਹੈ। ਸੋ ਇਹ ਮੋਟੇ ਜਿਹੇ ਫੈਕਟਸ ਹੈ, ਯਾਦ ਰੱਖ ਲਿਓ। ਸੋ ਮਿਲਦੇ ਹਾਂ ਨੈਕਸਟ ਪਾਰਟ ਦੇ ਵਿੱਚ। ਥੈਂਕ ਯੂ ਸੋ ਮਚ।